नमस्ते बच्चों, स्वागत है ਤੁਹਾਡਾ ਜਮਾਤ 9ਵੀਂ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੁਹਾਡੀ ਪਾਠ ਪੁਸਤਕ ਸਾਹਿਤ ਮਾਲਾ ਦੇ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਅੱਗਿਓਂ ਅੱਗੇ ਚੱਲਣਾ। ਗੁਰੂ ਨਾਨਕ ਨੂੰ ਅਤੇ ਜੱਟੀਆਂ ਦਾ ਖੇਤ। ਲੇਕਿਨ ਇਸ ਤੋਂ ਪਹਿਲਾਂ ਕਰ ਲੈਂਦੇ ਹਾਂ ਪ੍ਰੋਫੈਸਰ ਮੋਹਨ ਸਿੰਘ ਜੀ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ ਹੋਤੀ ਮਰਦਾਨ ਪਾਕਿਸਤਾਨ ਵਿਖੇ ਪਿਤਾ ਡਾਕਟਰ ਜੋਤ ਸਿੰਘ ਦੇ ਘਰ ਮਾਤਾ ਭਾਗਵੰਤੀ ਦੀ ਕੁੱਖੋਂ 1905 ਈਸਵੀ ਨੂੰ ਹੋਇਆ। ਆਪ ਦਾ ਜੱਦੀ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ ਜੋ ਕਿ ਪਾਕਿਸਤਾਨ ਵਿੱਚ ਹੈ ਸੀ। ਆਪ ਅੰਮ੍ਰਿਤਸਰ ਅਤੇ ਪਟਿਆਲਾ ਦੇ ਖਾਲਸਾ ਕਾਲਜ ਵਿੱਚ ਪ੍ਰੋਫੈਸਰ ਵੀ ਰਹੇ। ਆਪ ਨੇ ਪੰਜ ਦਰਿਆ ਨਾਂ ਦਾ ਮਾਸਿਕ ਪੱਤਰ ਵੀ ਜਾਰੀ ਕੀਤਾ। ਪ੍ਰੋਫੈਸਰ ਮੋਹਨ ਸਿੰਘ ਨੇ ਪਹਿਲਾਂ ਕੇਵਲ ਰੋਮਾਂਟਿਕ ਕਵਿਤਾਵਾਂ ਲਿਖੀਆਂ ਅਤੇ ਫਿਰ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ ਸੀ। ਫਿਰ ਉਹਨਾਂ ਨੇ ਕਸੁੰਬੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਮੇਲਾ, ਜੰਦਰੇ, ਜੈ ਮੇਰ ਅਤੇ ਬੂਹੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਏਸ਼ੀਆ ਦਾ ਚਾਨਣ ਅਨੁਵਾਦ ਅਤੇ ਨਾਨਕਾਇਨ ਮਹਾਕਵੀ ਵੀ ਲਿਖੇ। ਵੱਡਾ ਮੇਲਾ ਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਅਤੇ ਜੈ ਮੇਰ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਪ੍ਰਾਪਤ ਹੋਏ। ਪ੍ਰੋਫੈਸਰ ਮੋਹਨ ਸਿੰਘ ਨੂੰ ਆਧੁਨਿਕ ਕਾਲ ਦਾ ਯੁੱਗ ਕਵੀ ਕਰਕੇ ਜਾਣਿਆ ਜਾਂਦਾ ਹੈ। ਤੇ ਚਲੋ ਬੱਚੋ ਕਰਦੇ ਹਾਂ ਹੁਣ ਇਹਨਾਂ ਦੀ ਲਿਖੀ ਹੋਈ ਕਵਿਤਾ ਅੱਗਿਓਂ ਅੱਗੇ ਚੱਲਣਾ, ਜਿਸ ਵਿੱਚ ਕਿ ਕਵੀ ਨੇ ਸਾਨੂੰ ਅੱਗੇ ਹੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ ਅਤੇ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਜਾਣ ਅਤੇ ਅਸਮਾਨ ਤੋਂ ਵੀ ਉੱਚੀਆਂ ਉਚਾਈਆਂ ਨੂੰ ਛੂ ਲੈਣ ਦੀ ਗੱਲ ਕਹੀ ਹੈ। ਅਸਾਂ ਤੇ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾ ਟਲਣਾ। ਕਵੀ ਕਹਿੰਦੇ ਹਨ ਕਿ ਅਸੀਂ ਤਾਂ ਹੁਣ ਅੱਗੇ ਹੀ ਅੱਗੇ ਚੱਲਦੇ ਜਾਣਾ ਹੈ। ਅਸੀਂ ਹੁਣ ਕਿਸੇ ਵੀ ਪੜਾ ਕਿਤੇ ਬਿਨਾਂ ਅੱਗੇ ਚੱਲਦਾ ਜਾਣਾ ਹੈ। ਰਿਆ ਨਾ ਜਦ ਲਾਂਬ ਚਾਂਬ ਤੱਕਣਾ, ਸਾਨੂੰ ਕਿ ਫਿਰ ਸੌਣ ਮ੍ਰਿਗ ਛਲਣਾ। ਅਸੀਂ ਹੁਣ ਜਦ ਇੱਧਰ ਉੱਧਰ ਤੱਕਣਾ ਹੀ ਨਹੀਂ, ਸਾਨੂੰ ਤਾਂ ਸੋਨੇ ਦੇ ਹਿਰਨ ਵੀ ਰਸਤੇ ਤੋਂ ਨਹੀਂ ਭਟਕਾ ਸਕਦੇ। ਅਸਾਂ ਤੇ ਸੱਤੇ ਸਾਗਰ ਟੱਪ ਜਾਣਾ, ਅਸਾਂ ਤੇ ਪੈਰੇ ਤਾਰਿਆਂ ਨੂੰ ਮਲਣਾ। ਅਸੀਂ ਤਾਂ ਆਪਣੇ ਕਦਮਾਂ ਨਾਲ 7 ਮਹਾਸਾਗਰਾਂ ਨੂੰ ਪਾਰ ਕਰ ਜਾਣਾ ਹੈ ਤੇ ਤਾਰਿਆਂ ਨੂੰ ਵੀ ਪੈਰਾਂ ਹੇਠ ਮਲ ਸੁੱਟਣਾ ਹੈ। ਅਸਾਂ ਤੇ ਅਜੇ ਹੋਰ ਉਤਾਂ ਚੜ੍ਹਨਾ, ਅਸਾਂ ਤਾਂ ਸੀਨਾ ਗਗਨਾਂ ਦਾ ਸਲਣਾ। ਸਲਣਾ ਮਤਲਬ ਵਿੰਨਣਾ ਹੁੰਦਾ ਹੈ ਕਿ ਅਸੀਂ ਇੰਨਾ ਅੱਗੇ ਇੰਨਾ ਉੱਤੇ ਚੜ੍ਹ ਜਾਣਾ ਹੈ ਕਿ ਅਸੀਂ ਜਿਹੜਾ ਗਗਨ ਹੈ ਉਸ ਦਾ ਚਿਹਰਾ ਉਸ ਦਾ ਜਿਹੜਾ ਹੈ ਸੀਨਾ ਵੀ ਵਿੰਨ ਕੇ ਅੱਗੇ ਦੀ ਅੱਗੇ ਚੱਲਦੇ ਰਹਿਣਾ ਹੈ। ਅਸਾਂ ਤੇ ਲਾ ਪਿਆਰ ਖੰਭ ਉੱਠਣਾ, ਸਾਨੂੰ ਕਿ ਇਸ ਧਰਤ ਅੰਬਰ ਵੱਲਣਾ। ਕਹਿੰਦੇ ਅਸੀਂ ਪਿਆਰ ਉੱਤੇ ਖੰਭ ਲਾ ਕੇ ਉੱਠ ਜਾਣਾ ਹੈ ਅਤੇ ਇਸ ਉਟਾਰੀ ਨੂੰ ਧਰਤੀ ਤੇ ਆਕਾਸ਼ ਵੀ ਜਿਹੜੇ ਹੈ ਉਹ ਨਹੀਂ ਰੋਕ ਸਕਦੇ। ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ, ਸਾਨੂੰ ਕਿ ਇਸ ਲੋਕ ਲਾਜ ਢਲਣਾ। ਅਤੇ ਕਹਿੰਦੇ ਅਸੀਂ ਦਿਸ ਹੱਦ ਤੇ ਚੀਰ ਕੇ ਅੱਗੇ ਵੱਧ ਜਾਣਾ ਹੈ। ਅਸੀਂ ਆਪਣੇ ਰਸਤੇ ਉੱਪਰ ਤੁਰਦਿਆਂ ਆਫਤਾਂ ਦੇ ਰੋਕਿਆਂ ਵੀ ਨਹੀਂ ਰੁਕਣਾ ਅਤੇ ਨਾ ਹੀ ਸਾਨੂੰ ਆਪਣੀ ਧੁਨ ਨਾਲ ਅੱਗੇ ਵਧਣ ਤੋਂ ਕੋਈ ਲੋਕ ਲਾਜ ਜਿਹੜੀ ਹੈ ਉਹ ਰੋਕ ਸਕਦੀ ਹੈ। ਅਜੇ ਤਾਂ ਇੱਕੋ ਚਿੰਗ ਲੱਗੇ ਸਾਨੂੰ, ਅਜੇ ਤਾਂ ਅਸਾਂ ਭਾਂਬੜ ਬਨ ਬਲਣਾ। ਫਿਰ ਕਵੀ ਕਹਿੰਦੇ ਹਨ ਕਿ ਸਾਨੂੰ ਅਜੇ ਅੱਗੇ ਵਧਣ ਦੀ ਇੱਕ ਚਿੰਗ ਹੀ ਲੱਗੀ ਹੈ। ਅਜੇ ਤਾਂ ਅਸੀਂ ਇਸ ਚਿੰਗ ਨਾਲ ਭਾਂਬੜ ਬਣ ਕੇ ਬਲਣਾ ਹੈ। ਅਜੇ ਤਾਂ ਇੱਕ ਬੂੰਦ ਮਿਲੀ ਸਾਨੂੰ, ਅਜੇ ਤਾਂ ਅਸੀਂ ਪਿਆਲਿਆਂ ਤੇ ਪਲਣਾ। ਅਜੇ ਤਾਂ ਸਾਨੂੰ ਅੱਗੇ ਵਧਣ ਦੀ ਲਗਨ ਦੀ ਇੱਕ ਬੂੰਦ ਹੀ ਮਿਲੀ ਹੈ। ਅਜੇ ਤਾਂ ਅਸੀਂ ਇਸ ਸ਼ੌਂਕ ਦੇ ਪਿਆਲੇ ਭਰ ਭਰ ਕੇ ਪੀਣੇ ਹੈ। ਅਸਾਂ ਤਾਂ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾ ਟਲਣਾ। ਅਤੇ ਫਿਰ ਕਵੀ ਕਹਿੰਦੇ ਹਨ ਕਿ ਅਸੀਂ ਹੁਣ ਅੱਗੇ ਹੀ ਅੱਗੇ ਵੱਧਦੇ ਜਾਣਾ ਹੈ ਅਤੇ ਕਿਸੇ ਵੀ ਪੜਾਅ 'ਤੇ ਨਹੀਂ ਰੁਕਣਾ ਹੈ। ਕਵੀ ਦੇ ਕਹਿਣ ਦਾ ਭਾਵ ਹੈ ਕਿ ਅਸੀਂ ਹੁਣ ਅੱਗੇ ਹੀ ਅੱਗੇ ਵੱਧਦੇ ਜਾਣਾ ਹੈ ਅਤੇ ਧਰਤੀਆਂ ਅਤੇ ਸਮੁੰਦਰ ਗਾਉਂਦੇ ਹੋਏ ਅਸਮਾਨਾਂ ਨੂੰ ਗਾਉਣਾ ਹੈ। ਸਾਡੀ ਚਾਲ ਨੂੰ ਕੋਈ ਹੋਣੀ ਜਾਂ ਲੋਕ ਲਾਜ ਨਹੀਂ ਰੋਕ ਸਕਦੀ ਅਤੇ ਇਸ ਨੇ ਦਿਨੋਂ ਦਿਨ ਹੋਰ ਤਿਖੇਰੀ ਹੁੰਦੇ ਜਾਣਾ ਹੈ। ਤਾਂ ਬੱਚੇ ਆਓ ਕਰਦੇ ਹਾਂ ਹੁਣ ਇਸ ਦੇ ਦੁਹਰਾਈ ਦੇ ਲਈ ਕੁਛ ਇੱਕ ਪ੍ਰਸ਼ਨ। ਅੱਗਿਓਂ ਅੱਗੇ ਚੱਲਣਾ ਕਵਿਤਾ ਦਾ ਲੇਖਕ ਕੌਣ ਹੈ? ਪ੍ਰੋਫੈਸਰ ਮੋਹਨ ਸਿੰਘ। ਅੱਗਿਓਂ ਅੱਗੇ ਚੱਲਣਾ ਕਵਿਤਾ ਦੀ ਸੁਰ
ਕਿਹੋ ਜਿਹੀ ਹੈ? ਪ੍ਰਗਤੀਵਾਦੀ, ਕਿਉਂਕਿ ਇਸ ਦੇ ਵਿੱਚ ਕਵੀ ਨੇ ਸਾਨੂੰ ਅੱਗੇ ਹੀ ਅੱਗੇ ਚੱਲਣ ਦੀ ਜਿਹੜੀ ਹੈ ਇੰਸਪਾਇਰ ਕੀਤਾ ਹੈ, ਸਾਨੂੰ ਅੱਗੇ ਹੀ ਅੱਗੇ ਚੱਲਣ ਦੇ ਲਈ ਜਿਹੜਾ ਹੈ ਉਸਨੇ ਸਾਨੂੰ ਮੋਟੀਵੇਟ ਕੀਤਾ ਹੈ। ਅੱਗੇ ਅੱਗੇ ਚੱਲਣਾ ਕਵਿਤਾ ਵਿੱਚ ਕਵੀ ਕੀ ਕਰਨਾ ਚਾਹੁੰਦਾ ਹੈ? ਅੱਗੇ ਅੱਗੇ ਕਵਿਤਾ ਵਿੱਚ ਕਵੀ ਅੱਗੇ ਹੀ ਅੱਗੇ ਵੱਧਦੇ ਰਹਿਣਾ ਚਾਹੁੰਦਾ ਹੈ। ਕਵਿਤਾ ਅਨੁਸਾਰ ਕਵੀ ਨੇ ਕੀ ਪਾਰ ਕਰ ਜਾਣਾ ਹੈ? 7 ਸਮੁੰਦਰ। ਕਵੀ ਨੂੰ ਹੁਣ ਕੌਣ ਰਸਤੇ ਤੋਂ ਨਹੀਂ ਭਟਕਾ ਸਕਦਾ? ਕਵੀ ਨੂੰ ਹੁਣ ਕੋਈ ਸੋਨ ਮ੍ਰਿਗ ਵੀ ਰਸਤੇ ਤੋਂ ਨਹੀਂ ਭਟਕਾ ਸਕਦਾ। ਕਵੀ ਕਿਹੜੇ ਖੰਭ ਲਾ ਕੇ ਉੱਡਣ ਦੀ ਗੱਲ ਕਰਦਾ ਹੈ? ਕਵੀ ਤਾਂ ਪਿਆਰ ਦੇ ਖੰਭ ਲਾ ਕੇ ਉੱਡਣ ਦੀ ਗੱਲ ਕਰਦਾ ਹੈ। ਕਵੀ ਦੇ ਦਿਲ ਨੂੰ ਕਾਹਦੀ ਚਿਣਕ ਲੱਗੀ ਹੈ? ਕਵੀ ਦੇ ਦਿਲ ਨੂੰ ਅੱਗੇ ਵਧਣ ਦੀ ਚਿਣਕ ਲੱਗੀ ਹੈ। ਤੇ ਆਓ ਬੱਚਿਓ ਹੁਣ ਕਰਦੇ ਹਾਂ ਆਪਾਂ ਇਹਨਾਂ ਦੇ ਦੁਆਰਾ ਲਿਖੀ ਹੋਈ ਕਵਿਤਾ ਗੁਰੂ ਨਾਨਕ ਨੂੰ। ਆ ਬਾਬਾ ਤੇਰੇ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਕਵੀ ਕਹਿੰਦਾ ਹੈ ਕਿ ਹੇ ਗੁਰੂ ਨਾਨਕ, ਤੂੰ ਆ ਕੇ ਦੇਖ ਤੇਰੇ ਇਸ ਦੇਸ਼ ਪੰਜਾਬ ਕਿਸ ਤਰ੍ਹਾਂ ਵੀਰਾਨ ਹੋ ਗਿਆ ਹੈ। ਇੱਥੇ ਰੱਬ ਦੇ ਘਰ ਅਰਥਾਤ ਮੰਦਰਾਂ ਅਤੇ ਮਸੀਤਾਂ ਦਾ ਰਾਖਾ ਅੱਜ ਫਿਰ ਸ਼ੈਤਾਨ ਬਣ ਗਿਆ ਹੈ। ਕਲਯੁਗ ਹੈ ਰਥ ਅਗਨ ਦਾ, ਤੂੰ ਆਪ ਆਖਿਆ ਮੁੜ ਕੂੜ ਉਸ ਰਥ ਦਾ ਰਥਬਾਨ ਹੋ ਗਿਆ। ਤੂੰ ਆਖਿਆ ਸੀ ਕਿ ਕਲਯੁਗ ਅਗਨ ਦਾ ਰਥ ਹੈ, ਅੱਜ ਇਸ ਅਗਨ ਦੇ ਰਥ ਦਾ ਰਥਵਾਨ ਝੂਠ ਬਣ ਗਿਆ, ਅਰਥਾਤ ਵਰਤਮਾਨ ਯੁੱਗ ਵਿੱਚ ਮੁੜ ਜ਼ਬਰ ਜ਼ੁਲਮ ਤੇ ਝੂਠ ਪ੍ਰਧਾਨ ਹੋ ਗਿਆ। ਹੇ ਗੁਰੂ ਨਾਨਕ, ਜੇ ਖਾਬ ਸੀ ਤੂੰ ਦੇਖਿਆ ਵਨ, ਥੱਲੇ ਸੁੱਤਿਆ ਸੋਨਾ ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ। ਅੱਗੇ ਕਵੀ ਕਹਿੰਦੇ ਆ ਕਿ ਹੇ ਗੁਰੂ ਨਾਨਕ, ਜਿਹੜਾ ਸੁਪਨਾ ਵਨ ਹੇਠ ਦੇਖ ਕੇ ਤੂੰ ਹਿੰਦੂ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਸੀ ਸਮਝਿਆ, ਅੱਜ ਉਹ ਸੁਪਨਾ ਪਰੇਸ਼ਾਨ ਹੋ ਗਿਆ ਹੈ। ਕਿਹੜਾ ਸੁਪਨਾ? ਕਿ ਹਿੰਦੂ ਅਤੇ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਇਹ ਸੁਪਨਾ ਰੱਬ ਦਾ ਜਿਹੜਾ ਹੈ ਉਹ ਪਰੇਸ਼ਾਨ ਹੋ ਰਿਹਾ ਹੈ। ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ, 5 ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ। ਕਵੀ ਕਹਿੰਦਾ ਹੈ ਕਿ ਹੇ ਗੁਰੂ ਨਾਨਕ, ਤੇਰੇ ਦੇਸ਼ ਪੰਜਾਬ ਦੀ ਹਿੱਕ ਤੇ ਫਿਰਕੂ ਬਣੇ ਤੇ ਉਹ ਭਾਂਬੜ ਬਾਲੇ ਗਏ ਹਨ ਕਿ ਉਹਨਾਂ ਵਿੱਚ ਸੜਦਾ 5 ਦਰਿਆਵਾਂ ਦਾ ਪਾਣੀ ਵੀ ਹੈਰਾਨ ਹੋ ਗਿਆ ਹੈ। ਉਹ ਝੋਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ, ਉੱਡ ਕੇ ਸਾਡਾ ਆਲਣਾ ਕੱਖ ਖਾਨ ਹੋ ਗਿਆ। ਤੇਰੇ ਪੰਜਾਬ ਉੱਪਰ ਫਿਰਕੁਨੇ ਤੇ ਹੈਵਾਨਗੀ ਦੀਆਂ ਮਾਰੂ ਹਨੇਰੀਆਂ ਝੁੱਲੀਆਂ ਹਨ ਕਿ ਉਹਨਾਂ ਨਾਲ ਸਾਡਾ ਪੰਜਾਬ ਰੂਪਾਲਣਾ ਉੱਡ ਕੇ ਤਿੱਲੇ ਤਿੱਲੇ ਹੋ ਗਿਆ ਹੈ ਤੇ ਅਸੀਂ ਬੇਸਹਾਰਾ ਰਹਿ ਗਏ ਹਾਂ। ਜੁੱਗਾਂ ਦੀ ਸਾਂਝੀ ਸਭਿਅਤਾ ਪੈਰੀ ਲਿਤੜ ਗਈ, ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਣ ਹੋ ਗਿਆ। ਇਸ ਵਹਿਸ਼ੀ ਫਿਰਕੁਨੇ ਦੇ ਦੌਰ ਵਿੱਚ ਜੁਗਾਂ ਦੀ ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਸਭਿਅਤਾ ਪੈਰ ਹੇਠ ਲਿਤਾੜੀ ਗਈ ਹੈ ਤੇ ਸਦੀਆਂ ਦੇ ਸਾਂਝੇ ਖੂਨ ਦਾ ਕੁਝ ਵੀ ਨਹੀਂ ਰਹਿ ਗਿਆ। ਅੱਜ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ, ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ। ਕਵੀ ਕਹਿੰਦਾ ਹੈ ਕਿ ਹੇ ਗੁਰੂ ਨਾਨਕ, ਤੇਰੇ ਪੁੱਤਰ ਹਿੰਦੂ ਤੇ ਮੁਸਲਮਾਨ ਸਾਂਝੇ ਸਵਰਗ ਭਾਵ ਪੰਜਾਬ ਨੂੰ ਵੰਡ ਬੈਠੇ ਹਨ ਤੇ ਇਸ ਵੰਡ ਨਾਲ ਇਹ ਸਵਰਗ ਨਰਕ ਬਣ ਕੇ ਰਹਿ ਗਿਆ ਹੈ। ਉੱਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਇੱਧਰ ਮਸੀਤੋਂ ਬਾਹਰ ਹੈ ਕੁਰਬਾਨ ਹੋ ਗਿਆ। ਇੱਕ ਪਾਸਿਓਂ ਅਰਥਾਤ ਪੱਛਮੀ ਪੰਜਾਬ ਜੋ ਕਿ ਪਾਕਿਸਤਾਨ ਹੈ ਵਿੱਚੋਂ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਖਤਮ ਹੋ ਗਿਆ ਤੇ ਦੂਜੇ ਪਾਸਿਓਂ ਅਰਥਾਤ ਪੂਰਬੀ ਪੰਜਾਬ ਜੋ ਕਿ ਭਾਰਤ ਵਿੱਚ ਹੈ ਦੀਆਂ ਮਸੀਤਾਂ ਵਿੱਚੋਂ ਕੁਰਾਨ ਬਾਹਰ ਕੱਢ ਦਿੱਤਾ ਗਿਆ ਹੈ। ਹਿੰਦਵਾਨੀਆਂ ਤੁਰਕਾਨੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਦੂਰ ਦੋਹਾਂ ਦਾ ਅਪਮਾਨ ਹੋ ਗਿਆ। ਇਸ ਘੱਲੂਘਾਰੇ ਵਿੱਚ ਹਿੰਦੂ ਤੇ ਮੁਸਲਮਾਨ ਇਸਤਰੀਆਂ ਦੋਹਾਂ ਦੀ ਪੱਤ ਰਲ ਗਈ ਅਤੇ ਬੁਰਕੇ ਤੇ ਸੰਦੂਰ ਦੋਹਾਂ ਦਾ ਹੀ ਅਪਮਾਨ ਹੋ ਗਿਆ। ਇੱਕ ਪਾਸੇ ਪਾਕੀ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ। ਕਵੀ ਕਹਿੰਦਾ ਹੈ ਕਿ ਹੇ ਗੁਰੂ ਨਾਨਕ, ਪੰਜਾਬ ਦੀ ਵੰਡ ਹੋਣ ਨਾਲ ਇੱਕ ਪਾਸੇ ਅਖੌਤੀ ਪਵਿੱਤਰ ਪਾਕਿਸਤਾਨ ਬਣ ਗਿਆ ਤੇ ਦੂਜੇ ਪਾਸੇ ਹਿੰਦੂਆਂ ਦਾ ਅਖੌਤੀ ਆਪਣਾ ਹਿੰਦੁਸਤਾਨ ਬਣ ਗਿਆ। ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ ਸੀ। ਹੇ ਗੁਰੂ ਨਾਨਕ, ਹਿੰਦੂ ਤੇ ਮੁਸਲਮਾਨ ਦੋਵੇਂ ਤੇਰੇ ਸੱਜੀ ਤੇ ਖੱਬੀ ਅੱਖ ਸਨ। ਦੋਹਾਂ ਅੱਖਾਂ ਦਾ ਹਾਸ ਤੇ ਨੁਕਸਾਨ ਹੋ ਗਿਆ ਤੇ ਇਹਨਾਂ ਪਰ ਇਸ ਸਮੇਂ ਫਿਰਕੂ ਹਨੇਰੇ
ਵਿੱਚ ਤੇਰੀਆਂ ਇਹਨਾਂ ਦੋਨਾਂ ਅੱਖਾਂ ਦਾ ਨੁਕਸਾਨ ਹੋਇਆ ਹੈ। ਕੁਝ ਐਸਾ ਕੁਫਰ ਤੋ ਲਿਆ ਈਮਾਨ ਵਾਲਿਆਂ ਕਿ ਕੁਫਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ। ਧਰਮ ਵਾਲਿਆਂ ਨੇ ਕੁਝ ਐਸਾ ਕੁਫਰ ਤੋਲਿਆ ਹੈ ਕਿ ਧਰਮ ਕੁਫਰ ਤੋਂ ਵੀ ਹੌਲਾ ਹੋ ਕੇ ਰਹਿ ਗਿਆ। ਅਰਥਾਤ ਲੋਕ ਧਰਮ ਦੀ ਥਾਂ ਅਧਰਮ ਨੂੰ ਤਰਜੀਹ ਦੇਣ ਲੱਗੇ ਹਨ। ਮੁੜ ਮੈਂ ਤੇ ਬਾਸਮਾਤੀਆਂ ਆਦਰ ਹੈ ਵਧਿਆ, ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ। ਕਵੀ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਯੁੱਗ ਵਿੱਚ ਮੁੜ ਕੇ ਮੈਦੇ ਤੇ ਬਾਸਮਤੀਆਂ ਦੇ ਪਕਵਾਨ ਬਣਾਉਣ ਵਾਲੇ ਅਮੀਰਾਂ ਦਾ ਆਦਰ ਵੱਧ ਰਿਹਾ ਹੈ ਤੇ ਕੋਧਰੇ ਦੀ ਰੋਟੀ ਭਾਵ ਗਰੀਬ ਕਿਰਤੀਆਂ ਦਾ ਅਪਮਾਨ ਵਧਿਆ ਹੈ। ਮੁੜ ਭਾਗੂਆਂ ਦੀ ਚਾਦਰੀ ਛਿੱਟੇ ਨੇ ਖੂਨ ਦੇ, ਮੁੜ ਲਾਲੂਆਂ ਦੇ ਖੂਨ ਦਾ ਨੁਚੜਾਨ ਹੋ ਗਿਆ। ਅੱਜ ਮਲਿਕ ਭਾਗੋ ਫਿਰ ਲੋਕਾਂ ਦਾ ਖੂਨ ਪੀ ਰਹੇ ਹਨ। ਉਹਨਾਂ ਦੀਆਂ ਚਾਦਰਾਂ ਉੱਪਰ ਖੂਨ ਦੇ ਛਿੱਟੇ ਸਾਫ਼ ਦਿਸ ਰਹੇ ਹਨ। ਅੱਜ ਅਮੀਰ ਲੋਕਾਂ ਦੇ ਮਹਿਲਾਂ ਉੱਪਰ ਜਿਹੜਾ ਸੋਨਾ ਚੜ ਰਿਹਾ ਹੈ, ਫਿਰ ਉੱਚੀਆਂ ਦੇ ਮਹਿਲਾਂ ਤੇ ਸੋਨਾ ਮੜੀ ਰਿਹਾ, ਫਿਰ ਨੀਵਿਆਂ ਦੇ ਕੁੱਲੇ ਦਾ ਵੀ ਵਾਨ ਹੋ ਗਿਆ ਅਤੇ ਗਰੀਬਾਂ ਦੀ ਕੁੱਲੀ ਦਾ ਤਿਲਾ ਵੀ ਨਹੀਂ ਰਹਿਣ ਦਿੱਤਾ ਗਿਆ। ਯਾਨੀ ਕਿ ਅਮੀਰ ਹੋਰ ਅਮੀਰ ਹੋ ਗਿਆ ਅਤੇ ਗਰੀਬ ਹੋਰ ਗਰੀਬ ਹੋ ਗਿਆ। ਉਸ ਸੂਰ ਉਸ ਗਾਓ ਦਾ ਹੱਕ ਨਾਰਾ ਲਾਇਆ ਤੂੰ, ਇੱਕ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ। ਅੱਜ ਭਾਈ ਲਾਲੂਆਂ ਦਾ ਖੂਨ ਮਲਿਕ ਭਾਗੋ ਜੀ ਅਮੀਰ ਫਿਰ ਪੀਣ ਲੱਗ ਪਏ ਨੇ। ਤੂੰ ਆਪ ਆਖਿਆ ਸੀ ਕਿ ਪਰਾਇਆ ਹੱਕ ਖਾਣਾ ਹਿੰਦੂਆਂ ਲਈ ਗਊ ਖਾਣ ਦੇ ਬਰਾਬਰ ਤੇ ਮੁਸਲਮਾਨਾਂ ਲਈ ਸੂਰ ਖਾਣ ਦੇ ਬਰਾਬਰ ਹੈ। ਮੁੜ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ, ਪਾ ਪਾ ਕੇ ਕੰਗੂ ਰੱਤ ਦਾ ਰਤਦਾਨ ਹੋ ਗਿਆ। ਪਰੰਤੂ ਅੱਜ ਹੱਕ ਨੂੰ ਨਾ ਹੱਕ ਉੱਤੋਂ ਕੁਰਬਾਨ ਕੀਤਾ ਜਾ ਰਿਹਾ ਹੈ ਤੇ ਮਲਿਕ ਭਾਗੋ ਗਰੀਬਾਂ ਦਾ ਲਹੂ ਚੂਸ ਕੇ ਪਰਾਇਆ ਹੱਕ ਖਾਣ ਤੇ ਜ਼ਰਾ ਵੀ ਝਿਜਕ ਨਹੀਂ ਰਿਹਾ ਹੈ। ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾ ਮੈਂ, ਆਇਆ ਨਾ ਤੈ ਕਿ ਦਰਦ ਇੰਨਾ ਘਾਨ ਹੋ ਗਿਆ। ਹੇ ਗੁਰੂ ਨਾਨਕ, ਵਰਤਮਾਨ ਸਮੇਂ ਵਿੱਚ ਵੀ ਤੇਰੇ ਸਮੇਂ ਵਾਂਗ ਜ਼ਬਰ ਜ਼ੁਲਮ ਤੇ ਨਾ ਹੱਕ ਪ੍ਰਧਾਨ ਹੈ। ਇਸ ਵਿੱਚ ਵੀ ਤੇਰੀ ਕ੍ਰਾਂਤੀਕਾਰੀ ਸੁਧਾਰ ਲਹਿਰ ਦੀ ਲੋੜ ਹੈ। ਕਵੀ ਕਹਿੰਦਾ ਹੈ ਕਿ ਗੁਰੂ ਨਾਨਕ ਤੂੰ ਆਪਣੇ ਜੀਵਨ ਕਾਲ ਵਿੱਚ ਬਾਬਰ ਦੀ ਫੌਜ ਦੁਆਰਾ ਕੀਤੀ ਲੁੱਟ ਮਾਰ, ਕਤਲੇਆਮ ਅਤੇ ਇਸਤਰੀਆਂ ਦੀ ਬੇਪਤੀ ਨੂੰ ਵੇਖ ਕੇ ਉਸ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਖੂਨ ਦੇ ਸੋਲੇ ਗਾਏ ਸਨ। ਮੁੜ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ। ਠੀਕ ਹੈ, ਉਹ ਕਹਿੰਦੇ ਹਨ ਕਿ ਬਾਬਰ ਦੀ ਫੌਜ ਦੁਆਰਾ ਕੀਤੀ ਲੁੱਟਮਾਰ, ਕਤਲੇਆਮ ਤੇ ਇਸਤਰੀਆਂ ਦੀ ਬੇਪਤੀ ਨੂੰ ਵੇਖ ਕੇ ਵਿਰੁੱਧ ਉਸ ਤੇ ਆਵਾਜ਼ ਉਠਾਉਂਦਿਆਂ ਖੂਨ ਦੇ ਸੋਲੇ ਗਾਏ ਹਨ। ਪਾ ਪਾ ਕੇ ਕੰਗੂ ਰੱਤ ਦਾ ਰਤਦਾਨ ਹੋ ਗਿਆ। ਤੇ ਅੱਜ 1947 ਵਿੱਚ ਪੰਜਾਬ ਇੱਥੋਂ ਦੇ ਹਿੰਦੂ ਮੁਸਲਮਾਨ ਭਰਾਵਾਂ ਦੁਆਰਾ ਰਚਾਏ ਇਸ ਖੂਨੀ ਵਿਆਹ ਵਿੱਚ ਖੂਨ ਦਾ ਕੇਸਰ ਛਿੜਕੇ ਜਾਣ ਨਾਲ ਹਰ ਪਾਸੇ ਖੂਨ ਹੀ ਖੂਨ ਦਿਖਾਈ ਦੇ ਰਿਹਾ ਹੈ। ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾ ਮੈਂ, ਆਇਆ ਨਾ ਤੈ ਕਿ ਦਰਦ ਇੰਨਾ ਘਾਨ ਹੋ ਗਿਆ। ਹੇ ਗੁਰੂ ਨਾਨਕ, ਬਾਬਰ ਦੇ ਜ਼ੁਲਮ ਦੇਖ ਕੇ ਤਾਂ ਤੂੰ ਰੱਬ ਨੂੰ ਵੀ ਵੰਗਾਰਿਆ ਸੀ ਤੇ ਉਸ ਨੂੰ ਬੇਦਰਦ ਹੋਣ ਦਾ ਉਲਾਨਾ ਦਿੱਤਾ ਸੀ, ਪਰ ਅੱਜ ਮੈਂ ਤੈਨੂੰ ਤੇਰੇ ਰੱਬ ਨੂੰ ਵੰਗਾਰਨ ਲਈ ਵਰਤੇ ਸ਼ਬਦਾਂ ਰਾਹੀਂ ਹੀ ਤੈਨੂੰ ਉਲਾਨਾ ਦਿੰਦਾ ਹਾਂ ਕਿ ਆਪਣੀ ਧਰਤੀ ਪੰਜਾਬ ਉੱਤੇ ਇੰਨੇ ਬੰਦੇ ਕਤਲ ਹੋਣ ਤੇ ਵੀ ਤੈਨੂੰ ਰਤਾ ਦਰਦ ਨਹੀਂ ਆਇਆ। ਕੀ ਤੈਨੂੰ ਚਾਹੀਦਾ ਨਹੀਂ ਸੀ ਕਿ ਤੂੰ ਇਸ ਖੂਨੀ ਵਿਆਹ ਨੂੰ ਰੋਕਣ ਲਈ ਕੋਈ ਉਪਰਾਲਾ ਕਰੇ। ਤਾਂ ਜੀ ਇਹ ਸੀ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਗੁਰੂ ਨਾਨਕ ਨੂੰ, ਜਿਸ ਦੇ ਵਿੱਚ ਕਿ ਪੰਜਾਬ ਅਤੇ ਪਾਕਿਸਤਾਨ ਜਿਹੜਾ ਹੈ ਇਸ ਦੀ ਵੰਡ ਜਿਹੜੀ ਹੋਈ ਸੀ ਪੰਜਾਬ ਦੀ, ਜਿਸ ਵਿੱਚ ਕੁਝ ਹਿੱਸਾ ਜਿਹੜਾ ਪਾਕਿਸਤਾਨ ਵਿੱਚ ਚਲਾ ਗਿਆ ਸੀ ਤੇ ਕੁਝ ਹਿੱਸਾ ਜਿਹੜਾ ਸੀਗਾ ਉਹ ਹਿੰਦੁਸਤਾਨ ਦੇ ਵਿੱਚ ਰਹਿ ਗਿਆ ਸੀ। ਉਸ ਦਾ ਬੜਾ ਹੀ ਸੋਹਣਾ ਚਿੱਤਰਨ ਕੀਤਾ ਹੈ। ਤੇ ਇਸ ਕਵਿਤਾ ਦਾ ਜਿਹੜਾ ਕੇਂਦਰੀ ਭਾਵ ਕੀ ਹੋਵੇਗਾ? ਇਸ ਕਵਿਤਾ ਦਾ ਕੇਂਦਰੀ ਭਾਵ ਹੈ ਕਿ 1947 ਵਿੱਚ ਪੰਜਾਬ ਦੀ ਵੰਡ ਨਾਲ ਗੁਰੂ ਨਾਨਕ ਦਾ ਦੇਸ਼ ਪੰਜਾਬ ਵੀਰਾਨ ਹੋ ਗਿਆ ਸੀ। ਇਸ ਸਮੇਂ ਹੋਏ ਘੱਲੂਘਾਰੇ ਵਿੱਚ ਲੱਖਾਂ ਲੋਕ ਉਜੜੇ, ਧਰਮ ਦੀ ਬੇਅਦਬੀ ਤੇ ਇਸਤਰੀਆਂ ਦੀ ਬੇਪਤੀ ਕੀਤੀ ਗਈ। ਇਸ ਦੇ ਨਾਲ ਹੀ ਅਜੋਕੇ ਯੁੱਗ ਵਿੱਚ ਨਾ ਹੱਕ ਤੇ ਅਧਰਮ ਪ੍ਰਧਾਨ ਹੋ ਗਿਆ। ਅੱਜ ਇੱਥੇ ਮਨੁੱਖ ਤੇ ਮਨੁੱਖ ਦਾ ਦੁਸ਼ਮਣ ਬਣਨ ਦਾ ਕਾਰਨ
ਧਰਤੀ ਉੱਪਰ ਖੂਨ ਹੀ ਖੂਨ ਦਿਖਾਈ ਦੇ ਰਿਹਾ ਹੈ ਅਤੇ ਇਸ ਘੱਲੂਘਾਰੇ ਦੇ ਅਧਰਮ ਨੂੰ ਰੋਕਣ ਲਈ ਗੁਰੂ ਨਾਨਕ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਸੀ। ਤਾਂ ਬੱਚੋ, ਇਸ ਕਵਿਤਾ ਦੀ ਦੁਹਰਾਈ ਲਈ ਅਸੀਂ ਕੁਝ ਪ੍ਰਸ਼ਨ ਕਰ ਲੈਂਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਕੋਈ ਇੱਕ ਕਵਿਤਾ ਦਾ ਨਾਮ ਲਿਖੋ ਗੁਰੂ ਨਾਨਕ ਨੂੰ। ਕਲਯੁਗ ਦੇ ਰਥ ਅਗਨ ਦਾ ਕਿਸ ਨੂੰ ਆਖਿਆ ਗਿਆ ਹੈ? ਕਲਯੁਗ ਦਾ ਰਥ ਅਗਨ ਦਾ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਗਿਆ ਹੈ। ਕਵੀ ਗੁਰੂ ਨਾਨਕ ਨੂੰ ਕਿਸ ਦੇ ਵੀਰਾਨ ਹੋਣ ਬਾਰੇ ਕਹਿੰਦਾ ਹੈ? ਪੰਜਾਬ ਦੇ ਵੀਰਾਨ ਹੋਣ ਬਾਰੇ ਕਹਿੰਦਾ ਹੈ। ਕਵੀ ਅਨੁਸਾਰ ਕਲਯੁਗ ਦੇ ਰਥ ਦਾ ਰਥਵਾਨ ਕੌਣ ਹੈ? ਕਵੀ ਅਨੁਸਾਰ ਕਲਯੁਗ ਦੇ ਰਥ ਦਾ ਰਥਵਾਨ ਘੋੜ ਹੈ। ਗੁਰੂ ਨਾਨਕ ਨੂੰ ਕਵਿਤਾ ਵਿੱਚ ਕਵੀ ਕਿਹੜੇ ਇਤਿਹਾਸਿਕ ਦੁਖਾਂਤ ਦਾ ਜ਼ਿਕਰ ਕਰਦਾ ਹੈ? ਗੁਰੂ ਨਾਨਕ ਨੂੰ ਕਵਿਤਾ ਵਿੱਚ ਕਵੀ 1947 ਵਿੱਚ ਹੋਏ ਪੰਜਾਬ ਵੰਡ ਦੇ ਦੁਖਾਂਤ ਦਾ ਵਰਣਨ ਕਰਦਾ ਹੈ। ਕਵੀ ਅਨੁਸਾਰ ਰੱਬ ਦੇ ਘਰਾਂ ਅਰਥਾਤ ਮੰਦਰਾਂ ਮਸੀਤਾਂ ਦਾ ਰਾਖਾ ਕੌਣ ਬਣ ਗਿਆ ਹੈ? ਕਵੀ ਅਨੁਸਾਰ ਰੱਬ ਦੇ ਘਰਾਂ ਅਰਥਾਤ ਮੰਦਰਾਂ ਮਸੀਤਾਂ ਦਾ ਰਾਖਾ ਸ਼ੈਤਾਨ ਬਣ ਗਿਆ ਹੈ। ਵਰਤਮਾਨ ਯੁੱਗ ਵਿੱਚ ਕੀ ਪ੍ਰਧਾਨ ਹੋ ਗਿਆ ਹੈ? ਘੋੜ। ਗੁਰੂ ਨਾਨਕ ਨੂੰ ਕਵਿਤਾ ਵਿੱਚ ਸਾਂਝਾ ਸਵਰ ਕਿਸ ਨੂੰ ਆਖਦਾ ਹੈ? ਸਾਂਝੇ ਪੰਜਾਬ ਨੂੰ ਜਿਹੜਾ ਹੈ ਸਾਂਝਾ ਸਵਰ ਕਿਹਾ ਗਿਆ ਹੈ ਗੁਰੂ ਨਾਨਕ ਨੂੰ ਕਵਿਤਾ ਦੇ ਵਿੱਚ। ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਕਿੱਧਰ ਨਹੀਂ ਸੀ ਰਿਹਾ? ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਪੱਛਮੀ ਪੰਜਾਬ ਅਰਥਾਤ ਪਾਕਿਸਤਾਨ ਵਿੱਚ ਨਹੀਂ ਸੀ ਰਿਹਾ। ਕਦੋਂ ਹਿੰਦੁਸਤਾਨੀਆਂ ਤੇ ਤੁਰਕਾਨੀਆਂ ਦੋਹਾਂ ਦੀ ਪੱਥ ਆ ਗਈ ਸੀ? 1947 ਵਿੱਚ ਪੰਜਾਬ ਵੰਡ ਸਮੇਂ। ਕੁਫਰ ਕਿਸ ਨੇ ਤੋਲਿਆ ਸੀ? ਧਰਮ ਦੇ ਠੇਕੇਦਾਰਾਂ ਨੇ। ਅੱਜ ਕਿਹਨਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ? ਲਾਲੂਆਂ ਦਾ। ਭਾਈ ਲਾਲੂਆਂ ਦਾ ਖੂਨ ਕੌਣ ਨਿਚੋੜ ਰਹੇ ਹਨ? ਮਲਕ ਭਾਗੋ। ਕਿਸ ਦੌਰ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੀ ਜੁਗਾ ਪੁਰਾਣੀ ਸਾਂਝੀ ਸੱਭਿਅਤਾ ਪੈਰਾਂ ਹੇਠ ਲਿਤਾੜੀ ਗਈ ਸੀ? 1947 ਈਸਵੀ ਵਿੱਚ ਦੇਸ਼ ਦੀ ਵੰਡ ਸਮੇਂ। ਗੁਰੂ ਨਾਨਕ ਦੇਵ ਜੀ ਨੂੰ ਦੇ ਅਨੁਸਾਰ ਪਰਾਇਆ ਹੱਕ ਖਾਨ ਹਿੰਦੂ ਲਈ ਕਿਸ ਦੇ ਬਰਾਬਰ ਹੈ? ਗੁਰੂ ਨਾਨਕ ਜੀ ਅਨੁਸਾਰ ਪਰਾਇਆ ਹੱਕ ਖਾਣਾ ਗਊ ਦਾ ਮਾਸ ਖਾਣ ਦੇ ਬਰਾਬਰ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਾਇਆ ਹੱਕ ਖਾਣਾ ਮੁਸਲਮਾਨ ਲਈ ਕਿਸ ਦੇ ਬਰਾਬਰ ਹੈ? ਪਰਾਇਆ ਹੱਕ ਖਾਣਾ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ। ਗੁਰੂ ਨਾਨਕ ਨੇ ਕਿਸ ਦੇ ਜ਼ੁਲਮਾਂ ਵਿਰੁੱਧ ਰੱਬ ਨੂੰ ਕਦੋਂ ਵੰਗਾਰਿਆ ਸੀ? ਗੁਰੂ ਨਾਨਕ ਦੇਵ ਨੇ ਬਾਬਰ ਦੇ ਜ਼ੁਲਮਾਂ ਵਿਰੁੱਧ ਰੱਬ ਨੂੰ ਵੰਗਾਰਿਆ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਵਿੱਚ ਬਾਬਰ ਦੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ ਸੀ? ਬਾਬਰ ਬਾਣੀ ਦੇ ਵਿੱਚ। 1947 ਵਿੱਚ ਹੋਇਆ ਭਾਰਤ ਪਾਕ ਵੰਡ ਅਤੇ ਇਸ ਦੇ ਸਿੱਟੇ ਵਜੋਂ ਜ਼ੁਲਮਾਂ ਤੇ ਇਸਤਰੀਆਂ ਦੀ ਬੇਪਤੀ ਵਿਰੁੱਧ ਕਵੀ ਕਿਸ ਨੂੰ ਉਲਾਨਾ ਦਿੰਦਾ ਹੈ? ਕਵੀ ਗੁਰੂ ਨਾਨਕ ਜੀ ਨੂੰ ਉਲਾਨਾ ਦਿੰਦਾ ਹੈ। ਤਾਂ ਇਹ ਸੀ ਬੱਚਿਓ ਮੋਹਨ ਸਿੰਘ ਜੀ ਦੁਆਰਾ ਲਿਖੀ ਹੋਈ ਕਵਿਤਾ ਗੁਰੂ ਨਾਨਕ ਨੂੰ। ਹੁਣ ਕਰਦੇ ਹਾਂ ਆਪਾਂ ਕਵਿਤਾ ਜੱਟੀਆਂ ਦਾ ਗੀਤ। ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸਾਡੀਆਂ ਸੁੱਥਨਾਂ ਨੂੰ ਪਖੜਾ ਹੋ ਵੇ ਹੋ। ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ, ਨਾ ਤੱਕ ਕੱਜਣੀ ਨੂੰ ਕੱਪੜਾ ਵੇ ਹੋ। ਗੋਰੀ ਤੇਰੀ ਝੂਟ ਪਏ ਦੀਆਂ ਲਾਸਾਂ, ਹੇਠ ਸੋਨੇ ਦਾ ਪਟੜਾ ਵੇ ਹੋ। ਪੈਰ ਨਹੁੰਆਂ ਉੱਤੇ ਚੰਨ ਮਹਿੰਦੀ ਏ, ਖੁੱਚੀ ਸਾਡੀ ਖੱਟੜਾ ਵੇ ਹੋ। ਮੁਜ਼ਾਰਾ ਜੱਟੀਆਂ ਜਾਗੀਰਦਾਰਾਂ ਨੂੰ ਸੰਬੋਧਨ ਕਰਕੇ ਕਹਿੰਦੀਆਂ ਹਨ ਕਿ ਤੇਰੀ ਤਾਂ ਘੋੜੀ ਦੇ ਗਲ ਵਿੱਚ ਪਈ ਚਾਂਦੀ ਦੇ ਘੁੰਗਰੂ ਹਨ, ਜਦਕਿ ਸਾਡੀਆਂ ਸੁੱਥਨਾਂ ਨੂੰ ਖੇਤਾਂ ਵਿੱਚੋਂ ਪਖੜੇ ਲੱਗੇ ਹੋਏ ਹਨ। ਠੀਕ ਹੈ, ਸਾਡੇ ਕੋਲ ਤੇਰੇ ਵਰਗਾ ਕੋਈ ਬਾਗ ਬਗੀਚਾ ਨਹੀਂ ਸੀ ਅਤੇ ਨਾ ਹੀ ਸਰੀਰ ਢੱਕਣ ਲਈ ਕੋਈ ਕੱਪੜਾ ਹੈ। ਤੇਰੀ ਸੁੰਦਰ ਪਤਨੀ ਘਰ ਵਿੱਚ ਰੇਸ਼ਮ ਦੀਆਂ ਰੱਸੀਆਂ ਦੀ ਪੀਂਘ ਝੂਟ ਰਹੀ ਹੈ ਅਤੇ ਪੀਂਘ ਉੱਤੇ ਬੈਠਣ ਲਈ ਉਸ ਦੇ ਹੇਠ ਸੋਨੇ ਦਾ ਪਟੜਾ ਹੈ। ਉਸ ਦੇ ਪੈਰ ਉੱਤੇ 9 ਮਹਿੰਦੀ ਨਾਲ ਚੰਦ ਵਾਂਗ ਸ਼ਿੰਗਾਰੇ ਹੋਏ ਹਨ, ਪਰੰਤੂ ਦੂਜੇ ਪਾਸੇ ਮਿਹਨਤ ਮਜ਼ਦੂਰੀ ਕਰਦਿਆਂ ਸਾਡੀਆਂ ਖੁੱਚਾਂ ਕੱਟੇ ਨਾਲ ਭਰੀਆਂ ਹੋਈਆਂ ਹਨ। ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ, ਬਾਹੀਂ ਚੋੜਾ ਰਤੜਾ ਵੇ ਹੋ।
ਮੁਜ਼ਾਰਾ ਇਸਤਰੀਆਂ ਜਾਗੀਰਦਾਰਾਂ ਨੂੰ ਕਹਿ ਰਹੀਆਂ ਹਨ ਕਿ ਤੇਰੀ ਸੁੰਦਰ ਪਤਨੀ ਆਪਣੇ ਮਹਿਲ ਦੀ ਬਾਰੀ ਦੇ ਵਿੱਚ ਬੈਠੀ ਤੇਰਾ ਰਾਹ ਦੇਖ ਰਹੀ ਹੈ ਤੇ ਉਸਨੇ ਆਪਣੀਆਂ ਬਾਹਾਂ ਉੱਤੇ ਲਾਲ ਚੂੜਾ ਪਾਇਆ ਹੋਇਆ ਹੈ। ਕੋਠਾ ਇੱਕ ਬਰਾਤ ਅਸਾਡੇ, ਉਹ ਵੀ ਕਚੜਾ ਤੇ ਢਠੜਾ ਵੇਹੋ, ਪਰੰਤੂ ਸਾਡੇ ਕੋਲ ਰਹਿਣ ਦੇ ਝੂਲੇ ਵਿੱਚ ਪਿਆ ਤੇਰਾ ਬੱਚਾ ਪਲ ਰਿਹਾ ਹੈ, ਪਰੰਤੂ ਅਸੀਂ ਉਜਾੜਾਂ ਵਿੱਚ ਜੰਮਦੀਆਂ ਪਲਦੀਆਂ ਹਾਂ ਅਤੇ ਸਾਡਾ ਗੱਭਰੂ ਪਤੀ ਤੇਰਾ ਗੁਲਾਮ ਹੈ। ਰੋਈਆਂ ਵਿੱਚ ਅਸੀਂ ਨਿਮਨੇ ਜੰਮੀਏ, ਦਾਸ ਤੇਰਾ ਸਾਡਾ ਨੱਡੜਾ ਵੇਹੋ, ਮੈਂ ਤਾਂ ਖਾਵੇ ਪੱਟ ਹੰਡਾਵੇਂ, ਫੇਰ ਵੀ ਕਰੇ ਮੈਂ ਨਖਰਾ ਵੇਹੋ, ਜੰਮਦਿਆਂ ਚਾਹ ਮਰਨ ਸਾਡੇ, ਇੱਕ ਵੀ ਹੋਏ ਨਾ ਵੱਡੜਾ ਵੇਹੋ। ਫਿਰ ਉਹ ਕਹਿੰਦੀ ਹੈ ਕਿ ਤੂੰ ਮੈਦੇ ਦੇ ਬਣੇ ਪਕਵਾਨ ਖਾਂਦਾ ਹੈ ਤੇ ਰੇਸ਼ਮ ਦੇ ਕੱਪੜੇ ਪਾਉਂਦਾ ਹੈ, ਇੰਨਾ ਸੋਹਣਾ ਖਾਣ ਪੀਣ ਲਈ ਮਿਲਣ 'ਤੇ ਵੀ ਤੂੰ 100 ਨਖਰੇ ਕਰਦਾ ਹੈ, ਪਰੰਤੂ ਇੱਧਰ ਸਾਡੀ ਹਾਲਤ ਵੇਖ, ਸਾਡੇ ਚਾਅ ਤਾਂ ਜੰਮਦੇ ਹੀ ਮਰ ਜਾਂਦੇ ਹਨ ਅਤੇ ਕਦੇ ਇੱਕ ਵੀ ਚਾਅ ਵੱਡਾ ਨਹੀਂ ਹੋਇਆ, ਅਰਥਾਤ ਸਾਨੂੰ ਕਦੇ ਵੀ ਆਪਣਾ ਕੋਈ ਚਾਅ ਪੂਰਾ ਹੋਣ ਦੀ ਆਸ ਜਿਹੜੀ ਆ ਉਹ ਨਹੀਂ ਹੋਈ। ਵਾਹੀਏ, ਬੀਜੀਏ, ਸਿੰਜੀਏ, ਵੱਢੀਏ, ਗਾਈਏ ਤੇ ਕਰਈਏ ਕਠੜਾ ਵੇਹੋ। ਫਿਰ ਮੁਜ਼ਾਰਾ ਜੱਟੀਆਂ ਜਾਗੀਰਦਾਰ ਨੂੰ ਸੰਬੋਧਨ ਕਰਕੇ ਕਹਿੰਦੀਆਂ ਹਨ ਕਿ ਉਸਦੇ ਖੁਸ਼ਹਾਲੀ ਭਰੇ ਜੀਵਨ 'ਤੇ ਉਹਨਾਂ ਭਾਵ ਕਿ ਜੱਟੀਆਂ ਦੀ ਭਾਵ ਕਾਮਿਆਂ ਦੀ ਕੰਗਾਲੀ ਦਾ ਕਾਰਨ ਉਸ ਦੇ ਦੁਆਰਾ ਕੀਤੀ ਜਾਂਦੀ ਉਹਨਾਂ ਦੀ ਲੁੱਟ ਖਸੁੱਟ ਹੈ। ਉਹ ਕਹਿੰਦੀਆਂ ਹਨ ਕਿ ਅਸੀਂ ਸਾਰਾ ਸਾਲ ਖੇਤਾਂ ਨੂੰ ਵਾਹੁੰਦੀਆਂ ਹਾਂ, ਠੀਕ ਹੈ, ਬੀਜਦੀਆਂ ਅਤੇ ਸਿੰਜਦੀਆਂ ਹਨ। ਇਸ ਤਰ੍ਹਾਂ ਮਿਹਨਤ ਨਾਲ ਤਿਆਰ ਹੋਈ ਫਸਲ ਨੂੰ ਜਦੋਂ ਅਸੀਂ ਵੱਢ ਕੇ ਇਕੱਠਾ ਕਰਦੀਆਂ ਹਾਂ ਤਾਂ ਤੂੰ ਆ ਕੇ ਸਭ ਕੁਝ ਲੈ ਜਾਂਦਾ ਹੈ, ਆਵੇ ਤੇ ਸਭ ਹੂੰਜ ਹਿਲਾਵੇ, ਤੂੰ ਆ ਕੇ ਸਭ ਕੁਝ ਲੈ ਜਾਂਦਾ ਹੈ। ਮੁੱਢ ਤੇ ਇਹ ਝਗੜਾ ਵੇ, ਤੂੰ ਮੁੱਢ ਤੋਂ ਹੀ ਸਾਡੇ ਨਾਲ ਇਹ ਝਗੜਾ ਯਾਨੀ ਕਿ ਇਹ ਅਨਿਆਂ ਜਿਹੜਾ ਹੈ ਉਹ ਕਰ ਰਿਹਾ ਹੈ। ਦਿਲ ਸਾਡਾ ਹੁਣ ਭਰਦਾ ਸ਼ਾਹ ਦੀ, ਮੁੱਕਣ ਵਾਲਾ ਇਹ ਝਗੜਾ ਵੇਹੋ, ਤਗੜਿਆਂ ਹੋਣਾ ਖਵਾਰ ਤੇ ਖੱਜਲ, ਮਾੜਿਆਂ ਹੋਣਾ ਤਗੜਾ ਵੇਹੋ। ਪਰੰਤੂ ਹੁਣ ਸਾਡਾ ਦਿਲ ਗਵਾਹੀ ਭਰ ਰਿਹਾ ਹੈ ਕਿ ਇਹ ਝਗੜਾ ਯਾਨੀ ਕਿ ਅਨਿਆਏ ਜਿਹੜਾ ਹੈ ਬਹੁਤ ਚਿਰ ਨਹੀਂ ਚੱਲਣਾ ਤੇ ਇਹ ਖਤਮ ਹੋਣ ਵਾਲਾ ਹੈ। ਹੁਣ ਤੇਰੇ ਵਰਗੇ ਐਸ਼ਾ ਲੁੱਟਣ ਵਾਲੇ ਅਮੀਰ ਯਾਨੀ ਕਿ ਜੋ ਤਕੜੇ ਬੰਦੇ ਹਨ, ਅਮੀਰ ਬੰਦੇ ਹਨ, ਖੁਆਰ ਤੇ ਖੱਜਲ ਹੋਣਗੇ ਤੇ ਸਾਡੇ ਵਰਗੇ ਕਮਜ਼ੋਰ ਪੈਦਾਵਾਰੀ ਸਾਧਨਾਂ ਜ਼ਮੀਨਾਂ ਆਦਿ ਉੱਤੇ ਹੀ ਕਬਜ਼ਾ ਕਰਕੇ ਤਕੜੇ ਹੋ ਜਾਣਗੇ, ਭਾਵ ਕਿ ਖੁਸ਼ਹਾਲ ਹੋ ਜਾਣਗੇ। ਪਾਟੀ ਕਿਰਤ ਨੇ ਇੱਕ ਮੁੱਠ ਹੋਣਾ, ਬਣ ਜਾਣਾ ਇੱਕ ਝਖੜਾ ਵੇਹੋ। ਮਾਰਕਸੀ ਸੂਰਜ ਦੀ ਰੋਸ਼ਨੀ ਨਾਲ ਜਾਗਰਤ ਹੋਇਆ ਮੁਜ਼ਾਰਾ ਇਸਤਰੀਆਂ ਆਪਣੀਆਂ ਕਿਰਤ ਦੀ ਲੁੱਟ ਖਸੁੱਟ ਕਰਕੇ ਐਸ਼ਾਂ ਲੈਣ ਵਾਲੇ ਜਾਗੀਰਦਾਰਾਂ ਨੂੰ ਕਹਿ ਰਹੀਆਂ ਹਨ ਕਿ ਸਾਨੂੰ ਇਸ ਵਿਸ਼ਵਾਸ ਹੋ ਚੁੱਕਾ ਹੈ ਕਿ ਹੁਣ ਥਾਂ ਥਾਂ 'ਤੇ ਕਿਰਤੀ ਤੇਰੀ ਲੁੱਟ ਖਸੁੱਟ ਨੂੰ ਸਮਝ ਚੁੱਕੇ ਹਨ। ਉਹਨਾਂ ਨੇ ਹੁਣ ਆਪਸ ਵਿੱਚ ਪਾਟੇ ਨਹੀਂ ਰਹਿਣਾ, ਸਗੋਂ ਇੱਕ ਮੁੱਠ ਹੋ ਕੇ ਜ਼ੋਰਦਾਰ ਝੱਖੜ ਦਾ ਰੂਪ ਧਾਰ ਲੈਣਾ ਹੈ। ਘੋੜੀ ਤੇਰੀ ਦੇ ਉੱਡਣੇ ਘੁੰਗਰੂ, ਗੋਰੀ ਦਾ ਚੂੜਾ ਰੱਤੜਾ ਵੇਹੋ, ਅਤੇ ਉਹ ਝੱਖੜ ਤੇਰੀ ਘੋੜੀ ਤੇ ਚਾਂਦੀ ਦੇ ਘੁੰਗਰੂਆਂ ਅਤੇ ਤੇਰੀ ਪਤਨੀ ਦੇ ਲਾਲ ਚੂੜੇ ਨੂੰ ਉਡਾ ਕੇ ਰੱਖ ਦੇਵੇਗਾ, ਅਰਥਾਤ ਤੇਰੀ ਤੇ ਤੇਰੇ ਪਰਿਵਾਰ ਦੀ ਸਾਰੀ ਐਸ਼ ਖਤਮ ਕਰ ਦੇਵੇਗਾ। ਤਿਲਨੀਆਂ ਰਲ ਕੇ ਬੌਕਰ ਬਣਨਾ, ਹੰਝੂ ਦੇਣਾ ਕੰਡੜਾ ਵੇਹੋ। ਉਹ ਕਹਿੰਦੀਆਂ ਹਨ ਕਿ ਉਹਨਾਂ ਨੂੰ ਇਹ ਪੂਰਾ ਭਰੋਸਾ ਹੈ ਕਿ ਹੁਣ ਥਾਂ ਥਾਂ 'ਤੇ ਕਾਮਿਆਂ ਰੂਪੀ ਤੀਲੀਆਂ ਨੇ ਇਕੱਠਾ ਹੋ ਕੇ ਅਜਿਹਾ ਬੋਕਰ ਦਾ ਰੂਪ ਧਾਰਨ ਕਰ ਲੈਣਾ ਹੈ ਕਿ ਉਹ ਆਪਣੇ ਜੀਵਨ ਨੂੰ ਦੁੱਖਾਂ ਵਿੱਚ ਪਾਉਣ ਵਾਲੇ ਹਰ ਕੱਖ ਕੰਡੇ ਨੂੰ ਹੂੰਝ ਕੇ ਰੱਖ ਦੇਵੇਗਾ। ਖਵਾਰ ਹੋਏ ਸਭ ਮਿਲਣਗੇ, ਆਖਰ ਆਕੀਆਂ ਨੂੰ ਕਰ ਤਕੜਾ ਵੇ। ਅੰਤ ਨੂੰ ਇਹ ਮੁੱਢ ਤੇ ਖੱਜਲ ਖੁਆਰ ਹੋਣ ਵਾਲੇ ਕਾਮਿਆਂ ਨੇ ਇਕੱਠੇ ਹੋ ਕੇ ਤੇਰੀਆਂ ਵਿਰੋਧੀ ਸ਼ਕਤੀਆਂ ਨੂੰ
ਤਕੜਿਆਂ ਕਰਕੇ ਤੇਰਾ ਖਾਤਮਾ ਕਰ ਦੇਣਾ ਹੈ। ਇਸ ਪ੍ਰਕਾਰ ਸ਼ੋਸ਼ਿਤ ਵਰਗ ਨੂੰ ਆਪਣੇ ਹੱਕਾਂ ਖਾਤਰ ਜੂਝਣ ਲਈ ਤਿਆਰ ਹੋਇਆ ਦਰਸਾ ਕਵੀ ਇਹਨਾਂ ਸਤਰਾਂ ਵਿੱਚ ਅਗਾਂਹ ਵਧੂ ਵਿਚਾਰ ਜਿਹੜੇ ਆ ਉਹ ਪੇਸ਼ ਕਰਦਾ ਹੈ। ਤਾਂ ਇਹ ਸੀ ਕਵਿਤਾ ਜੋ ਕਿ ਜੱਟੀਆਂ ਦਾ ਗੀਤ ਪ੍ਰੋਫੈਸਰ ਮੋਹਨ ਸਿੰਘ ਜੀ ਦੁਆਰਾ ਲਿਖੀ ਹੋਈ ਹੈ। ਤਾਂ ਇਸ ਕਵਿਤਾ ਨੂੰ ਕਰਨ ਤੋਂ ਬਾਅਦ ਅਸੀਂ ਇਹਦਾ ਕੇਂਦਰੀ ਭਾਵ ਇਹੀ ਕੱਢਦੇ ਹਾਂ ਕਿ ਸਦੀਆਂ ਤੋਂ ਜਿਹੜੇ ਮੁਜ਼ਾਹਰਿਆਂ ਨੂੰ ਆਪਣੇ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਜਾਗੀਰਦਾਰ ਅਤੇ ਉਸਦੇ ਪਰਿਵਾਰ ਦਾ ਜੀਵਨ ਬਹੁਤ ਐਸ਼ਾ ਭਰਿਆ ਹੈ, ਪਰੰਤੂ ਹੁਣ ਆਪਣੇ ਹੱਕਾਂ ਬਾਰੇ ਜਿਹੜੇ ਲੋਕ ਨੇ ਜਾਗਰਤ ਹੋਏ ਨੇ। ਸ਼ੋਸ਼ਿਤ ਕਿਰਤੀ ਜਮਾਤ ਇਕਮੁੱਠ ਹੋ ਕੇ ਜਾਗੀਰਦਾਰੀ ਦੀ ਲੁੱਟ ਖਸੁੱਟ ਦਾ ਖਾਤਮਾ ਕਰ ਦੇਵੇਗੀ। ਅਤੇ ਚਲੋ ਬੱਚਿਓ, ਹੁਣ ਇਸ ਕਵਿਤਾ ਦੀ ਦੁਹਰਾਈ ਲਈ ਕੁਝ ਪ੍ਰਸ਼ਨ ਕਰ ਲੈਂਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਕਿਸੇ ਕਵਿਤਾ ਦਾ ਨਾਂ ਲਿਖੋ। ਜੱਟੀਆਂ ਦਾ ਗੀਤ। ਜੱਟੀਆਂ ਦਾ ਗੀਤ ਕਵਿਤਾ ਕਿਹੜੀ ਪ੍ਰਵਿਰਤੀ ਨਾਲ ਸੰਬੰਧਿਤ ਹੈ? ਪ੍ਰਗਤੀਵਾਦ। ਜੱਟੀਆਂ ਦਾ ਗੀਤ ਕਵਿਤਾ ਕਿਸ ਨੂੰ ਸੰਬੋਧਿਤ ਹੈ? ਜਾਗੀਰਦਾਰਾਂ ਨੂੰ। ਜਾਗੀਰਦਾਰਾਂ ਦੀ ਘੋੜੀ ਦੇ ਗਲ ਵਿੱਚ ਕੀ ਹੈ? ਜਾਗੀਰਦਾਰਾਂ ਦੀ ਘੋੜੀ ਦੇ ਗਲ ਵਿੱਚ ਚਾਂਦੀ ਦੇ ਘੁੰਗਰੂ ਹਨ। ਜਾਗੀਰਦਾਰ ਦੀ ਪਤਨੀ ਕਿਹੜੀਆਂ ਰੱਸੀਆਂ ਦੀ ਪੀਂਘ ਝੂਟਦੀ ਹੈ? ਜਾਗੀਰਦਾਰ ਦੀ ਪਤਨੀ ਰੇਸ਼ਮੀ ਰੱਸੀਆਂ ਦੀ ਪੀਂਘ ਝੂਟਦੀ ਹੈ। ਜਾਗੀਰਦਾਰ ਦੀ ਪਤਨੀ ਕਿੱਥੇ ਬੈਠੀ ਉਸਦਾ ਰਾਹ ਦੇਖ ਰਹੀ ਹੈ? ਮਹਿਲ ਦੀ ਬਾਰੀ ਵਿੱਚ। ਮੁਜ਼ਾਰਾ ਇਸਤਰੀਆਂ ਦਾ ਕੋਠਾ ਕਿਹੋ ਜਿਹਾ ਹੈ? ਕੱਚਾ ਤੇ ਢੱਠਾ। ਜਾਗੀਰਦਾਰੀ ਦਾ ਬੱਚਾ ਕਾਹਦੇ ਵਿੱਚ ਪਲਦਾ ਹੈ? ਚੰਦਨ ਦੇ ਝੋਲੇ ਵਿੱਚ। ਕੌਣ ਜੱਟੀਆਂ ਅਰਥਾਤ ਕਿਸਾਨਾਂ ਦੀ ਮਿਹਨਤ ਪੂੰਝ ਕੇ ਲੈ ਜਾਂਦਾ ਹੈ? ਜਾਗੀਰਦਾਰ। ਜਾਗੀਰਦਾਰ ਮੁੱਢ ਤੋਂ ਹੀ ਮੁਜ਼ਾਰਾ ਇਸਤਰੀਆਂ ਨਾਲ ਕੀ ਕਰ ਰਿਹਾ ਹੈ? ਸ਼ੋਸ਼ਣ ਕਰ ਰਿਹਾ ਹੈ। ਜਾਗੀਰਦਾਰਾਂ ਦੀ ਲੁੱਟ ਨੂੰ ਕਿਸ ਚੀਜ਼ ਨੇ ਖਤਮ ਕਰ ਦੇਣਾ ਹੈ? ਕਿਸਾਨਾਂ ਦੀ ਇਕਮੁੱਠਤਾ ਨੇ। ਇਸ ਕਵਿਤਾ ਵਿੱਚ ਕਿਸ ਵਰਗ ਦਾ ਹੱਕਾਂ ਖਾਤਰ ਜੂਝਣਾ ਬਿਆਨ ਕੀਤਾ ਗਿਆ ਹੈ? ਕਿਰਤੀ ਵਰਗ ਦਾ। ਜੱਟੀਆਂ ਦਾ ਗੀਤ ਕਵਿਤਾ ਵਿਚਲੇ ਵਿਚਾਰ ਕਿਹੋ ਜਿਹੇ ਹਨ? ਆਤੰਕਵਾਦੀ, ਸਮਾਜਵਾਦੀ, ਸਾਮਵਾਦੀ ਜਾਂ ਸਾਮਰਾਜਵਾਦੀ? ਇਹ ਵਿਚਾਰ ਸਮਾਜਵਾਦੀ ਹਨ। ਤਾਂ ਇਹ ਸੀ ਬੱਚਿਓ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਦੁਆਰਾ ਲਿਖੀਆਂ ਹੋਈਆਂ ਕਵਿਤਾਵਾਂ ਜਿਹੜੀਆਂ ਕਿ ਅੱਜ ਅਸੀਂ ਕੀਤੀਆਂ, ਜਿਨ੍ਹਾਂ ਦੇ ਨਾਂ ਹਨ ਅੱਗੇ ਕਿਉਂ ਚੱਲਣਾ, ਗੁਰੂ ਨਾਨਕ ਨੂੰ ਅਤੇ ਜੱਟੀਆਂ ਦਾ ਗੀਤ। ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਅੰਤ ਤੱਕ ਦੇਖਿਆ ਹੋਵੇਗਾ ਅਤੇ ਤੁਹਾਨੂੰ ਇਹ ਕਵਿਤਾ ਸਮਝ ਵੀ ਆ ਗਈ ਹੋਵੇਗੀ। ਇਸ ਵਿਚਲੇ ਆਏ ਪ੍ਰਸ਼ਨਾਂ ਨੂੰ ਤੁਸੀਂ ਧਿਆਨ ਨਾਲ ਸੁਣਿਆ ਹੋਵੇਗਾ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ। ਰੱਬ ਰਾਖਾ।